ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਕੈਨੇਡਾ ਦੇ ਨਵੰਬਰ ਦੇ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਰਿਫਿਊਜ਼ਲਸ ਆਈਆਂ। ਉਹਨੇ ਕਿਤੇ ਨਾ ਕਿਤੇ ਇੱਕ ਨੈਗੇਟਿਵ ਜਿਹਾ ਟ੍ਰੈਂਡ ਸਟੂਡੈਂਟਸ ਨੂੰ ਫੀਲ ਕਰਾਇਆ, ਬਟ ਰਿਫਿਊਜ਼ਲਸ ਦੀ ਰੀਜ਼ਨਸ ਤੇ ਕਿਸੇ ਨੇ ਬਹੁਤ ਜ਼ਿਆਦਾ ਗੌਰ ਨਹੀਂ ਕੀਤਾ। ਸੋ ਅੱਜ ਦੇ ਸ਼ੋਅ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਬਹੁਤ ਵੱਡਾ ਕੋਈ ਕੈਨੇਡਾ ਦਾ ਪਾਲਿਸੀ ਚੇਂਜ ਨਹੀਂ ਹੈਗਾ। ਸੋ ਸਟੂਡੈਂਟਸ ਨੂੰ ਮੈਨੂੰ ਨਹੀਂ ਲੱਗਦਾ ਬਹੁਤ ਜ਼ਿਆਦਾ ਵਰੀ ਕਰਨ ਦੀ ਜ਼ਰੂਰਤ ਹੈ। ਕਿਉਂ ਆਏ ਰਿਫਿਊਜ਼ਲ, ਅੱਜ ਦੇ ਸ਼ੋਅ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਉਹਨੂੰ ਦੇਖ ਕੇ ਹੀ ਤੁਸੀਂ ਆਪਣਾ ਅੱਗੇ ਦਾ ਤਾਂ ਕਿ ਕੋਰਸ ਆਫ ਐਕਸ਼ਨ ਫਾਈਲ ਕਦੋਂ ਲਗਾਣੀ, ਕਿਸ ਤਰੀਕੇ ਨਾਲ ਲਗਾਣੀ ਹੈ, ਤੇ ਉਹ ਸਟੂਡੈਂਟ ਵੀ ਜ਼ਰੂਰ ਦੇਖਣ ਜਿਹੜੇ ਹਜੇ ਜਨਵਰੀ ਇਨਟੇਕ ਦੇ ਰਿਜ਼ਲਟ ਦੀ ਵੇਟ ਕਰ ਰਹੇ ਨੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਗੈਸਟ, ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਸੋ ਜਗਪ੍ਰੀਤ ਜੀ, ਤੁਸੀਂ ਕੀ ਐਨਾਲਿਸਿਸ ਕੱਢਿਆ ਜਿਹੜੇ ਰਿਫਿਊਜ਼ਲਸ ਆਏ ਨੇ ਇਸ ਮਹੀਨੇ, ਉਹਦੇ ਪਿੱਛੇ ਕੀ ਰੀਜ਼ਨ? ਪ੍ਰੈਜ਼ੈਂਟਲੀ ਦੀਪਕ ਜੀ ਆਪਾਂ ਰਿਜ਼ਲਟਸ ਨੂੰ ਮੋਸਟ ਅਵੇਟਡ ਪੁਆਇੰਟ ਆਫ ਵਿਊ ਦੇ ਨਾਲ ਦੇਖ ਰਹੇ ਹਾਂ, ਔਰ ਪ੍ਰੈਜ਼ੈਂਟਲੀ ਰਿਜ਼ਲਟ ਜਿਹੜੇ ਨੇ ਜੀ ਸੈਪਟੈਂਬਰ ਮੰਥ ਤੱਕ ਲੌਜਡ ਕੰਪਲੀਟ ਐਪਲੀਕੇਸ਼ਨ ਦੇ ਮਿਲ ਰਹੇ ਨੇ। ਅਗਲੇ 10-15 ਦਿਨ ਦੇ ਵਿੱਚ ਆਪਾਂ ਉਮੀਦ ਕਰਦੇ ਹਾਂ ਅਕਤੂਬਰ ਦੀਆਂ ਜਿਹੜੀਆਂ ਕੰਪਲੀਟ ਫਾਈਲਸ ਨੇ ਉਹਨਾਂ ਦੇ ਉੱਤੇ ਵੀ ਰਿਜ਼ਲਟ ਦੇਖਣ ਨੂੰ ਮਿਲਣਗੇ। ਸਟੂਡੈਂਟਸ ਦੇ ਵਿੱਚ ਐਟ ਪ੍ਰੈਜ਼ੈਂਟ ਅਗਰ ਮੈਂ ਦੇਖਾਂ ਤਾਂ ਮੈਂ ਡੇਲੀ ਬੇਸਿਸ ਤੇ ਦੀਪਕ ਜੀ ਲਾਈਵ ਕਰਦਾ, ਔਰ ਉਹਦੇ ਚੋਂ ਇੱਕ ਚੀਜ਼ ਮੈਂ ਜਿਹੜੀ ਕਨਕਲੂਡ ਕੀਤੀ ਹੈ ਕਿ ਪ੍ਰੈਜ਼ੈਂਟਲੀ ਨੋ ਡਾਊਟ ਰੇਸ਼ੋ ਆਫ ਪੀਪੀਆਰਸ ਬਹੁਤ ਗੁੱਡ ਹੈ, ਬਟ ਇਹਦੇ ਨਾਲ ਜਿਹੜੇ ਰਿਫਿਊਜ਼ਲਸ ਆਏ ਨੇ ਇਹਨਾਂ ਦੇ ਉੱਤੇ ਵੀ ਗੌਰ ਕਰਨਾ ਬਹੁਤ ਜ਼ਰੂਰੀ ਹੈ। ਲਾਸਟ ਈਅਰ ਦੀ ਗੱਲ ਕੀਤੀ ਜਾਵੇ ਜਾਂ 2019 ਤੱਕ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਿਤੇ ਨਾ ਕਿਤੇ ਆਪਾਂ ਕੈਨੇਡਾ ਵੱਲੋਂ ਇੱਕ ਰਿਲੈਕਸੇਸ਼ਨ ਦੇਖਦੇ ਹੁੰਦੇ ਸੀ, ਜਿਹਦੇ ਵਿੱਚ ਆਇਲਸ ਦੇ ਸਕੋਰ 6 ਓਵਰਆਲ ਨਾਟ ਲੈਸ ਦੈਨ 5.5, ਪੀਟੀ 51 52 ਓਵਰਆਲ ਤੇ ਆਪਾਂ ਵੀਜ਼ਾ ਦੇਖਦੇ ਸੀ। ਬਟ ਪ੍ਰੈਜ਼ੈਂਟਲੀ ਮੈਂ ਇੱਕ ਚੀਜ਼ ਉਹਦੇ ਚੋਂ ਕਨਕਲੂਡ ਕਰ ਰਿਹਾ ਕਿ ਹੁਣ ਮੈਂ ਦੇਖਿਆ ਦੀਪਕ ਜੀ ਐਸਡੀਐਸ ਔਰ ਨਾਨ ਐਸਡੀਐਸ ਬਹੁਤ ਵਧੀਆ ਪ੍ਰੋਫਾਈਲਸ ਵੀ ਉਹਦੇ 'ਚ ਰਿਜੈਕਟ ਹੋਏ ਨੇ। ਸੋ ਇਥੋਂ ਕਲੀਅਰਲੀ ਇੱਕ ਚੀਜ਼ ਤਾਂ ਫਾਈਂਡ ਆਊਟ ਹੋ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ IRCC ਜਿਹੜੀ ਹੈ ਇਹ ਐਪਲੀਕੇਸ਼ਨਸ ਨੂੰ ਕੱਲਾ ਆਇਲਸ ਦੇ ਪੁਆਇੰਟ ਆਫ ਵਿਊ ਨਾਲ ਨਹੀਂ ਦੇਖ ਰਹੀ, ਇਹ ਅਦਰ ਐਸਪੈਕਟਸ ਨੂੰ ਵੀ ਉਨੀ ਇੰਪੋਰਟੈਂਸ ਦੇ ਰਹੀ ਹੈ। ਉਹਦੇ ਵਿੱਚ ਕੀ ਆਉਂਦਾ? ਉਹਦੇ ਵਿੱਚ ਤੁਹਾਡੇ ਅਕੈਡਮਿਕ ਰੈਲੇਵੈਂਸੀ। ਨਾਰਮਲੀ ਦੀਪਕ ਜੀ ਤੁਸੀਂ ਜਦੋਂ ਸੁਣਦੇ ਹੋਗੇ, ਤੁਹਾਡਾ ਮਤਲਬ ਹੈ ਸਿਰਫ ਜਿਹੜੇ ਰਿਫਿਊਜ਼ਲ ਆਏ ਨੇ ਉਹ ਐ ਨਹੀਂ ਕਿ ਇੱਕ ਚ ਜਾਂ ਦੋ ਚ 5.5 ਸੀ ਉਹਨਾਂ ਦੇ ਹੀ ਰਿਫਿਊਜ਼ਲ ਆਏ? ਜੀ ਬਿਲਕੁਲ ਜੀ। ਪ੍ਰੈਜ਼ੈਂਟਲੀ ਅਗਰ ਤੁਸੀਂ ਵੀ ਇਸ ਚੀਜ਼ ਦਾ ਐਨਾਲਿਸਿਸ ਕਰੋਗੇ, ਤੁਸੀਂ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ, ਬਹੁਤ ਸਾਰੇ ਕੰਸਲਟੈਂਟਸ ਨਾਲ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੈ, ਸੋ ਉਹਦੇ ਵਿੱਚ ਵੀ ਤੁਸੀਂ ਇੱਕ ਐਨਾਲਾਈਜ਼ ਕਰੋ ਕਿ ਪ੍ਰੈਜ਼ੈਂਟਲੀ ਬਹੁਤ ਅੱਛੇ ਆਇਲਸ ਸਕੋਰ ਦੇ ਸਟੂਡੈਂਟ ਵੀ ਰਿਜੈਕਟ ਹੋਏ ਨੇ। 7 ਬੈਂਡ ਵਾਲਾ ਸਟੂਡੈਂਟ ਵੀ ਤੁਸੀਂ ਰਿਜੈਕਸ਼ਨ ਦੇਖੋਗੇ, ਈਵਨ 2 ਰੀਅਪਲਾਈ ਕਰਨ ਤੋਂ ਬਾਅਦ ਵੀ ਰਿਜੈਕਸ਼ਨ ਹੈ। ਸੋ ਇਹਦੇ ਚੋਂ ਇੱਕ ਚੀਜ਼ ਬਿਲਕੁਲ ਕਲੀਅਰ ਹੋ ਰਹੀ ਹੈ ਕਿ ਹੁਣ IRCC ਸਿਰਫ ਆਇਲਸ ਦੇ ਸਕੋਰ ਨੂੰ ਨਹੀਂ ਦੇਖਦਾ, PT ਦੇ ਸਕੋਰ ਨੂੰ ਨਹੀਂ ਦੇਖਦਾ, ਉਹ ਅਕੈਡਮਿਕ ਰੈਲੇਵੈਂਸੀ ਔਰ ਤੁਹਾਡੀ ਕੰਪਲੀਟ ਰੈਲੇਵੈਂਸੀ ਦੇ ਉੱਤੇ ਫੋਕਸਡ ਹੈ। ਅਕੈਡਮਿਕ ਰੈਲੇਵੈਂਸੀ ਤੋਂ ਮੋਸਟਲੀ ਸਟੂਡੈਂਟ ਦਾ ਮਤਲਬ ਹੁੰਦਾ ਹੈ ਕਿ ਜਿਸ ਵੀ ਟ੍ਰੇਡ 'ਚ ਉਹਨਾਂ ਨੇ ਇੱਕ ਐਜੂਕੇਸ਼ਨ ਅਚੀਵ ਕੀਤੀ ਹੈ ਉਹਦੇ ਸਿਮਿਲਰ ਟ੍ਰੇਡ ਦੇ ਵਿੱਚ ਉਹ ਅਪਲਾਈ ਕਰਦੇ ਨੇ, ਦੈਟ ਇਜ਼ ਅਕੈਡਮਿਕ ਰੈਲੇਵੈਂਸੀ। ਬਟ ਕੰਪਲੀਟ ਰੈਲੇਵੈਂਸੀ ਦੇ ਵਿੱਚ ਜਿਹੜਾ ਸਟੂਡੈਂਟ ਅਪਲਾਈ ਕਰ ਰਿਹਾ ਕਿ ਉਹ ਅਪਗ੍ਰੇਡਡ ਫਾਰਮੈਟ 'ਚ ਅਪਲਾਈ ਕਰ ਰਿਹਾ, ਜਿਸ ਵੀ ਇੰਟੈਂਡਡ ਪ੍ਰੋਗਰਾਮ 'ਚ ਪ੍ਰਪੋਜ਼ਡ ਪ੍ਰੋਗਰਾਮ 'ਚ ਜਾ ਰਿਹਾ ਕਿ ਉਹਦੇ ਵਿੱਚ ਉਹਦੇ ਅਕੈਡਮਿਕਸ ਦਾ ਪ੍ਰੋਗਰੈਸ਼ਨ ਹੋ ਰਿਹਾ ਔਰ ਉਹ ਸਿਮਿਲਰ ਟ੍ਰੇਡ ਦੇ ਵਿੱਚ ਹੋ ਰਿਹਾ। ਇਸ ਤੋਂ ਬਾਅਦ ਕਿ ਉਹਦੀਆਂ ਅਕੈਡਮਿਕ ਕ੍ਰੈਡੀਬਿਲਿਟੀਜ਼, ਸਕੋਰਸ, ਸਬਜੈਕਟਸ ਦੇ ਸਕੋਰ ਕਿ ਉਹ ਇੰਨਾ ਸਕਸੈਸਫੁਲੀ ਉਸ ਚੀਜ਼ ਨੂੰ ਜਸਟੀਫਾਈ ਕਰ ਪਾ ਰਿਹਾ ਕਿ ਉਹ ਪ੍ਰਪੋਜ਼ਡ ਪ੍ਰੋਗਰਾਮ ਨੂੰ ਕੈਨੇਡਾ 'ਚ ਸਕਸੈਸਫੁਲੀ ਕੰਪਲੀਟ ਕਰ ਲੈ। ਜਦੋਂ ਆਪਾਂ ਦੇਖਦੇ ਹਾਂ ਨਾ ਦੀਪਕ ਜੀ ਕਿ ਗ੍ਰੈਜੂਏਸ਼ਨ ਸਟੂਡੈਂਟ ਕਰਦੇ 6 8 10 ਬੈਕਲੌਗਸ ਦੇ ਨਾਲ, ਤਾਂ ਇਹ ਵੀ ਚੀਜ਼ ਕਿਤੇ ਨਾ ਕਿਤੇ ਕੰਸੀਡਰ ਹੁਣ ਹੋ ਰਹੀ ਹੈ ਕਿ ਇਹਦਾ ਲਾਸਟ ਐਜੂਕੇਸ਼ਨ ਟੈਨਿਓਰ ਦੇ ਵਿੱਚ ਪਰਫਾਰਮੈਂਸ ਸਟੂਡੈਂਟ ਦਾ ਕਿੱਦਾਂ ਦਾ ਰਿਹਾ, ਕਿ ਉਹ ਰੈਗੂਲਰ ਬੇਸਿਸ ਦੇ ਉੱਤੇ ਅਕੈਡਮਿਕ ਅਚੀਵਮੈਂਟਸ ਅਚੀਵ ਕਰਦਾ ਗਿਆ ਜਾਂ ਉਹਦੇ ਵਿੱਚ ਉਹਦੀਆਂ ਬ੍ਰੇਕਸ ਆਈਆਂ ਨੇ ਜਾਂ ਉਹਦੇ ਅਪਸ ਐਂਡ ਡਾਊਨਸ ਰਹੇ ਨੇ। ਇਸ ਤੋਂ ਬਾਅਦ ਇੰਗਲਿਸ਼ ਕ੍ਰੈਡੀਬਿਲਿਟੀ, ਜਿੱਥੇ PT ਆਪਣੇ ਕੋਲ 51 52 53 ਤੇ ਵੀਜ਼ੇ ਆਉਂਦੇ ਸੀ, ਹੁਣ PT ਦਾ ਸਕੋਰ ਜਿਹੜਾ ਇੰਗਲਿਸ਼ ਕ੍ਰੈਡੀਬਿਲਿਟੀ ਨੂੰ ਡਿਫਾਈਨ ਕਰੇ ਉਹ ਹਾਇਰ ਸਾਈਡ ਤੇ ਜਾ ਰਿਹਾ ਹੈ। ਓਬਵੀਅਸਲੀ ਆਇਲਸ ਵੀ। ਇਹਦੇ ਨਾਲ ਥਰਡ ਇੰਪੋਰਟੈਂਟ ਪਾਰਟ ਜਿਹੜਾ ਉਹ ਹੈ ਜੀ ਗੈਪ। ਮੋਸਟਲੀ ਸਟੂਡੈਂਟ ਇੱਥੇ ਗਲਤੀ ਕਰ ਰਹੇ ਨੇ ਜਿਨ੍ਹਾਂ ਦਾ 2 ਸਾਲ 3 ਸਾਲ ਦਾ ਗੈਪ ਹੈ, ਉਹ ਬਿਲਕੁਲ ਇਲੌਜੀਕਲ ਐਸਪੈਕਟਸ ਦੇ ਉੱਤੇ ਆਪਣੀਆਂ ਜਸਟੀਫਿਕੇਸ਼ਨ ਦੇ ਰਹੇ ਨੇ, ਜਿਹੜੀ ਕਿ ਬਹੁਤ ਜ਼ਿਆਦਾ ਇਸ ਵੇਲੇ ਅਕਾਊਂਟੇਬਿਲਿਟੀ ਰੱਖਦੀ ਹੈ। ਲਾਸਟ ਬਟ ਨਾਟ ਲੀਸਟ, ਮੈਂ ਦੀਪਕ ਜੀ ਦੇਖਿਆ ਕਿ ਸਟੂਡੈਂਟਸ ਨੇ SOP ਨਹੀਂ ਲਈ। ਆਈ ਥਿੰਕ ਸੋ ਇਹਦੇ ਵਿੱਚ ਤੇ ਆਪਾਂ ਨੂੰ ਵੀ ਬਹੁਤ ਸਾਰੇ ਆਪਾਂ ਵੀਡੀਓਜ਼ ਵੀ ਰਿਲੀਜ਼ ਕਰ ਚੁੱਕੇ ਹਾਂ, ਲਾਈਵਸ ਦੇ ਵਿੱਚ ਵੀ ਆਪਾਂ ਡਿਸਕਸ਼ਨ ਕਰ ਚੁੱਕੇ ਹਾਂ ਕਿ ਕੋਈ ਵੀ ਐਪਲੀਕੈਂਟ
ਬਿਨਾ ਐਸਓਪੀ ਤੋਂ, ਚਾਹੇ ਉਹ ਐਸਡੀਐਸ ਫਾਈਲ ਕਰ ਰਿਹਾ ਚਾਹੇ ਉਹ ਨਾਨ ਐਸਡੀਐਸ ਕਰ ਰਿਹਾ, ਬਿਨਾ ਐਸਓਪੀ ਤੋਂ ਫਾਈਲ ਲੌਂਚ ਨਾ ਕਰੇ। ਇਹ ਸਾਰੇ ਇੱਕ ਮੇਜਰ ਕਾਰਨ ਬਣੇ ਹੋਏ ਨੇ ਪ੍ਰੈਜ਼ੈਂਟਲੀ ਰਿਫਿਊਜ਼ਲਸ ਦੇ। ਸੋ ਇਹਦੇ ਵਿੱਚ ਕੱਲਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਆਇਲਸ ਦੇ ਸਕੋਰ 6.8 ਸੀ ਜਾਂ 1.5 ਸੀਗੇ, ਸਿਰਫ ਉਹੀ ਸਟੂਡੈਂਟ ਰਿਫਿਊਜ਼ ਹੋ ਰਿਹਾ ਜਿਹਨੇ ਅਕੈਡਮਿਕ ਪ੍ਰੋਗਰਾਮ ਗਲਤ ਲਿਆ, ਪ੍ਰੋਗਰੈਸ਼ਨ ਨਹੀਂ ਆ ਰਿਹਾ, ਅਪਗ੍ਰੇਡੇਸ਼ਨ ਨਹੀਂ ਹੋ ਰਿਹਾ, ਪ੍ਰੀਵੀਅਸ ਅਚੀਵਮੈਂਟਸ ਵੀਕ ਰਹੀਆਂ ਨੇ, ਇਲੌਜੀਕਲ ਤੁਸੀਂ ਜਸਟੀਫਿਕੇਸ਼ਨ ਗੈਪ ਦੀਆਂ ਦੇ ਰਹੇ ਹੋ, ਪ੍ਰੋਫੈਸ਼ਨਲ ਇੰਟੈਂਟ ਬਾਰੇ ਇਹ ਬਹੁਤ ਇੰਪੋਰਟੈਂਟ ਹੈ। ਜੋ ਵੀ ਤੁਹਾਡਾ ਫਿਊਚਰ ਪ੍ਰੋਫੈਸ਼ਨਲ ਇੰਟੈਂਟ ਹੈ ਉਹਦੇ ਉੱਤੇ ਕੋਈ ਡਿਸਕਸ਼ਨ ਨਹੀਂ ਦੇ ਰਹੇ, ਕੋਈ ਡਿਸਕ੍ਰਿਪਸ਼ਨ ਨਹੀਂ ਦੇ ਰਹੇ, ਤਾਂ ਉਹ ਵੀ ਇੱਕ ਮੇਜਰ ਰੀਜ਼ਨ ਬਣ ਰਿਹਾ ਪ੍ਰੈਜ਼ੈਂਟਲੀ ਰਿਫਿਊਜ਼ਲ ਦਾ। ਜਗਪ੍ਰੀਤ ਜੀ, ਮੇਰੇ ਹਿਸਾਬ ਨਾਲ ਇਸ ਡਿਸਕਸ਼ਨ ਤੋਂ ਪਹਿਲਾਂ ਜੋ ਮੈਂ ਸਮਝਦਾ ਕਿ ਦੋ ਮੋٹے ਕਨਕਲੂਜਨ ਕੱਢੇ ਜਾ ਰਹੇ ਸੀਗੇ ਜੀ ਰਿਫਿਊਜ਼ਲ ਨੂੰ। ਪਹਿਲਾ ਇਹ ਕਿ ਜੀ 1 ਚ 5.5 ਵਾਲੇ ਸਾਰਿਆਂ ਨੂੰ ਰਿਫਿਊਜ਼ ਕਰ ਰਹੇ ਆ ਜੀ। ਦੂਸਰਾ ਇਹ ਕਿ ਈਵਨ 7 ਬੈਂਡ ਵਾਲੇ ਨੂੰ ਵੀ ਰਿਫਿਊਜ਼ਲ ਆ ਰਹੀ ਹੈ। ਉਹਦੇ ਪਿੱਛੇ ਇਹ ਰੀਜ਼ਨ ਸੀਗਾ ਕਿ ਜਿਹਦੇ 7 ਬੈਂਡ ਆ ਗਏ ਉਹਨੂੰ ਤਾਂ ਰਿਫਿਊਜ਼ਲ ਆ ਹੀ ਨਹੀਂ ਸਕਦੀ। ਹਾਂ ਬਿਲਕੁਲ, ਕਿਉਂਕਿ ਉਸ ਟਾਈਮ ਤੱਕ ਸਿਰਫ ਇਹ ਕੰਸੀਡਰ ਕੀਤਾ ਜਾ ਰਿਹਾ ਸੀ that good IELTS just gives you visa, ਬਟ ਉਹ ਹੁਣ ਜਿਹੜੀ ਸਿਚੁਏਸ਼ਨ ਹੈ ਜਾਂ ਜਿਹੜਾ ਥਾਟ ਹੈ ਉਹ ਹੁਣ ਗਲਤ ਸਾਬਤ ਹੋ ਰਿਹਾ। ਸੋ ਕੈਨੇਡਾ ਦੇ ਵਿੱਚ ਆਉਣ ਵਾਲੇ ਇਨਟੇਕਸ ਦੇ ਵਿੱਚ ਜਿਹੜੇ ਮਈ ਦੇ ਵਿੱਚ ਵੀ ਅਪਲਾਈ ਕਰਨਗੇ ਜਾਂ ਉਸ ਤੋਂ ਬਾਅਦ ਵੀ ਅਪਲਾਈ ਕਰਨਗੇ, ਉਹ ਇਹ ਸਾਰੇ ਇੰਪੋਰਟੈਂਟ ਫੈਕਟਰਸ ਦੇ ਉੱਤੇ ਜ਼ਰੂਰ ਕੰਮ। ਸੋ ਜਗਪ੍ਰੀਤ ਜੀ, ਕੀ ਇਹ ਇਸ ਤਰੀਕੇ ਨਾਲ ਵੀ ਕਨਕਲੂਡ ਕੀਤੀ ਜਾ ਸਕਦੀ ਹੈ ਚੀਜ਼ ਕਿ ਹਰੇਕ ਉਸ ਸਟੂਡੈਂਟ ਨੂੰ ਰਿਫਿਊਜ਼ਲ ਨਹੀਂ ਮਿਲੂਗੀ ਜਿਹਦੇ 1 ਵਿੱਚ 5.5 ਨੇ, ਤੇ ਹਰੇਕ ਉਸ ਸਟੂਡੈਂਟ ਨੂੰ ਵੀਜ਼ਾ ਨਹੀਂ ਮਿਲੂਗਾ ਜਿਹਦੇ 7 ਬੈਂਡ ਨੇ? ਬਿਲਕੁਲ ਕਰ ਸਕਦੇ ਆ ਜੀ, ਨੋ ਪ੍ਰੋਬਲਮ। ਆਪਾਂ ਦੇਖੇ ਵੀ ਹੈ 6 ਓਵਰਆਲ ਇੱਕ ਮੋਡਿਊਲ ਚ 5.5 ਦੇ ਉੱਤੇ ਵੀਜ਼ਾ। ਅਗਰ ਤੁਸੀਂ ਆਪਣੇ ਸਟੇਟਮੈਂਟ ਨੂੰ ਇੱਕ ਵੈਲ ਜਸਟੀਫਾਈਡ ਮੈਨਰ ਦੇ ਵਿੱਚ ਪ੍ਰੈਜ਼ੈਂਟ ਕਰਦੇ ਹੋ, ਅਕੈਡਮਿਕ ਕ੍ਰੈਡੀਬਿਲਿਟੀਜ਼ ਨੂੰ ਅਪਗ੍ਰੇਡ ਕਰਦੇ ਹੋਏ ਦੱਸਦੇ ਹੋ, ਤਾਂ ਡੈਫੀਨੇਟਲੀ ਉੱਥੇ ਵੀ ਹੈ। ਔਰ ਬਿਲਕੁਲ ਨਿਗਲੈਕਟ ਕਰਕੇ ਐਪਲੀਕੇਸ਼ਨ ਨੂੰ 7 ਬੈਂਡ ਨਾਲ ਲਾਉਂਗੇ ਤਾਂ ਉੱਥੇ ਵੀ ਰਿਫਿਊਜ਼ਲ ਆ ਜਾਊ। ਸੋ ਐਂਡ 'ਚ ਮੈਂ ਚਾਹੂੰਗਾ ਕਿ ਲਾਸਟ ਤੇ ਇੱਕ ਜ਼ਰੂਰ ਗੱਲ ਦੱਸ ਦਿਓ ਕਿ ਪਾਲਿਸੀ ਚੇਂਜ ਨਹੀਂ ਦਿਖਦੀ ਹਜੇ ਕੋਈ ਪਾਲਿਸੀ ਚੇਂਜ ਨਹੀਂ ਹੈ ਜੀ ਐਟ ਪ੍ਰੈਜ਼ੈਂਟ। ਓਨਲੀ ਐਂਡ ਓਨਲੀ ਪ੍ਰੋਫਾਈਲ ਦੀ ਅਸੈਸਮੈਂਟ ਜਿਹੜੀ ਆ ਇਨ ਡੈਪਥ ਕੀਤੀ ਜਾ ਰਹੀ ਹੈ IRCC ਤੋਂ। ਰੀਜ਼ਨ ਬੀਇੰਗ ਕਿ ਨੰਬਰ ਆਫ ਐਪਲੀਕੇਸ਼ਨ ਬਹੁਤ ਹੈ, ਉਹਨੂੰ ਸਕਰੂਟਨਾਈਜ਼ ਕਰਨਾ ਵੀ ਉਨਾ ਹੀ ਇੰਪੋਰਟੈਂਟ ਹੈ। ਅਦਰਵਾਈਜ਼ ਫਿਰ ਕਈ ਸਟੂਡੈਂਟਸ ਦੇ ਲਈ ਜਿਹੜੇ ਬ੍ਰਾਈਟ ਸੀ ਉਹਨਾਂ ਦੇ ਨਾਲ ਇਨਜਸਟੀਫਿਕੇਸ਼ਨ ਹੋ ਸਕਦੀ ਹੈ। ਸੋ ਨੈਗੇਟਿਵ ਟ੍ਰੈਂਡ ਤੁਸੀਂ ਨਹੀਂ ਮੰਨਦੇ? ਬਿਲਕੁਲ ਮੈਂ ਨਹੀਂ ਮੰਨਦਾ ਜੀ। ਸੋ ਸਟੂਡੈਂਟਸ, ਇਹ ਬਹੁਤ ਹੀ ਵਧੀਆ ਐਨਾਲਿਸਿਸ ਹੈ, ਆਪਣੇ ਆਪ 'ਚ ਇੱਕ ਇਨ ਡੈਪਥ ਐਨਾਲਿਸਿਸ ਹੈ। ਬਹੁਤ ਸਾਰੇ ਪੁਆਇੰਟਸ ਜਗਪ੍ਰੀਤ ਜੀ ਨੇ ਦੱਸੇ ਨੇ ਤੇ ਇਹਨਾਂ ਦੇ ਮੁਤਾਬਿਕ ਕੋਈ ਵੀ ਨੈਗੇਟਿਵ ਟ੍ਰੈਂਡ ਨਹੀਂ, ਜਿਹੜੀ ਕਿਤੇ ਨਾ ਕਿਤੇ ਉਹ ਸਾਰੇ ਸਟੂਡੈਂਟਸ ਵਾਸਤੇ ਵਧੀਆ ਖਬਰ ਹੈ ਜਿਹੜੇ ਜਾਂ ਤਾਂ ਹਜੇ ਰਿਜ਼ਲਟ ਦੀ ਵੇਟ ਕਰ ਰਹੇ ਨੇ ਜਨਵਰੀ ਇਨਟੇਕ ਦਾ, ਜਾਂ ਜਿਨ੍ਹਾਂ ਨੇ ਹਜੇ ਫਾਈਲ ਲਗਾਣੀ ਹੈ। ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।